ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। NRI ਵਰਡ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਸਨ 2022 ਦੇ ਵਿੱਚ ਅਮਰੀਕਾ ਤੇ ਇੰਡੀਆ ਨੇ ਆਪਸ ਦੇ ਵਿੱਚ ਮਿਲ ਕੇ ਕੀ ਕੁਝ ਕੀਤਾ, ਕੀ ਕੁਝ ਪਲਾਨਸ ਬਣਾਈਆਂ ਨੇ, ਜਿਸ ਦਾ ਨਤੀਜਾ ਸਨ 2023 ਦੇ ਵਿੱਚ ਵੇਖਣ ਨੂੰ ਮਿਲੇਗਾ। ਸਨ 2022 ਦੀਆਂ ਸਾਰੀਆਂ ਡਿਟੇਲਸ, ਅਮਰੀਕਾ ਤੇ ਇੰਡੀਆ ਦੇ ਆਪਸੀ ਸੰਬੰਧਾਂ ਦੇ ਬਾਰੇ ਕੀ ਨੇ, ਅੱਜ ਸਾਡੀ ਚਰਚਾ ਦਾ ਵਿਸ਼ਾ ਹੈ। NRI ਵਰਡ ਦੇ ਵਿੱਚ ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਆਸ਼ਿਮਾ ਸਾਹਨੀ, ਪੋਲੀਟੀਕਲ ਵਰਡ ਤੋਂ ਨੇ ਔਰ ਜੀਓਪੋਲਿਟਿਕਸ ਨੂੰ ਬਹੁਤ ਖੂਬੀ ਨਾਲ, ਬਿਹਤਰੀ ਨਾਲ ਤੇ ਬਹੁਤ ਗਹਿਰਾਈ ਨਾਲ ਸਮਝਦੇ ਨੇ। ਕੰਨਿਆ ਮਹਾਵਿਦਿਆਲਿਆ ਜਲੰਧਰ ਤੋਂ ਪ੍ਰੋਫੈਸਰ ਨੇ ਪੋਲੀਟੀਕਲ ਸਾਇੰਸ ਦੇ। ਵੈਲਕਮ ਟੂ ਦ ਸ਼ੋ। ਥੈਂਕ ਯੂ। ਨਮਸਕਾਰ ਜੀ, ਥੈਂਕ ਯੂ ਮੈਨੂੰ ਅੱਜ ਤੁਸੀਂ ਫੇਰ ਸੱਦਾ ਦਿੱਤਾ। ਅੱਜ ਦਾ ਤੁਸੀਂ ਜਿਹੜਾ ਚਰਚਾ ਦਾ ਵਿਸ਼ੇ ਚੁਣਿਆ ਹੈ ਇਹ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਹੈ, ਦੁਨੀਆ ਦੇ ਲਈ ਵੀ ਔਰ ਭਾਰਤ ਦੇ ਲਈ ਵੀ। ਬਿਲਕੁਲ ਇੱਕ ਸੁਪਰ ਪਾਵਰ ਦਾ ਰਿਲੇਸ਼ਨ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਰਾਈਜ਼ਿੰਗ ਇੰਡੀਆ ਦੇ ਨਾਲ ਜੀ। ਇਹਦੀ ਅਗਰ ਅਸੀਂ ਤੁਸੀਂ 2022 ਦੀ ਗੱਲ ਕਰ ਰਹੇ ਹੋ ਤਾਂ 2022 ਜਿਹੜਾ ਸੀਗਾ ਉਹਨੇ ਇੱਕ ਬਹੁਤ ਹੀ ਸਟਰੋਂਗ ਗਰਾਊਂਡਿੰਗ ਦਿੱਤੀ ਹੈ ਇਹਨਾਂ ਦੋਨਾਂ ਦੇ ਰਿਲੇਸ਼ਨਸ ਨੂੰ, ਜਿਹੜਾ ਕਿ 23 ਚ ਜਾ ਕੇ ਆਈ ਥਿੰਕ ਆਈ ਐਮ ਵੈਰੀ ਪੋਜ਼ਿਟਿਵ ਇਹ ਰਿਲੇਸ਼ਨ ਬਲੂਮ ਅਪ ਹੋਏਗਾ ਜੀ। ਲੇਕਿਨ ਉਸ ਤੋਂ ਪਹਿਲੇ ਸਾਨੂੰ ਇਹਦਾ ਪਿਛੋਕੜ ਜਾਣਨ ਦੀ ਬਹੁਤ I mean it is important to understand the history behind the relation between these two powers. Sure. So ਅਸੀਂ ਰਿਲੇਸ਼ਨਸ਼ਿਪ ਸ਼ੁਰੂ ਕਰੀਏ ਜਦੋਂ ਇੰਡੀਆ ਇੰਡੀਪੈਂਡੈਂਸ ਗੇਨ ਕਰਦੀ since 1947 till date 2022 ਤੇ ਬਹੁਤ ਹੀ ਇੰਟਰਸਟਿੰਗ ਚੀਜ਼ਾਂ ਆ ਰਹੀਆਂ, ਬਹੁਤ ਅਪਸ ਐਂਡ ਡਾਊਨਸ ਹੈ ਦੋਨਾਂ ਦੇ ਰਿਲੇਸ਼ਨਸ਼ਿਪ 'ਚ। ਕਦੇ ਕਦੇ ਬਹੁਤ ਹੀ ਟੈਨਸ਼ਨ ਵੀ ਹੈ ਔਰ ਕਦੇ ਕਦੇ ਬਹੁਤ ਸੈਲੀਬ੍ਰੇਸ਼ਨ ਵੀ ਹੈ ਤੇ ਕੰਟਰਾਸਟਿੰਗ ਰਿਲੇਸ਼ਨਸ ਵੀ ਹੈ ਔਰ ਜਿਹਨੂੰ ਕਹਿੰਦੇ ਕਿ ਬਿਲਕੁਲ ਮਤਲਬ ਡਾਇਵਰਜੈਂਸ ਵੀ ਬਹੁਤ ਹੈ ਦੋਨਾਂ ਦੀ ਨੈਸ਼ਨਲ ਇੰਟਰਸਟ ਔਰ ਲੇਕਿਨ ਦੋਨੋਂ ਹੀ ਨੈਚੁਰਲ ਐਲਾਈ ਵੀ ਹੈ। ਮਤਲਬ ਇੰਡੀਆ ਨੂੰ ਜ਼ਿਆਦਾਤਰ ਨੈਚੁਰਲ ਐਲਾਈ ਕਿਹਾ ਜਾਂਦਾ ਹੈ USA ਦਾ। There are so many reasons for that. The first reason being that India is the biggest democracy, whereas the America is the oldest democracy. ਜੀ ਜੋ ਹਿਊਮਨ ਰਾਈਟ ਨੂੰ ਉਹ ਫੋਲੋ ਕਰਦੇ ਆ ਉਹਨੂੰ ਅਸੀਂ ਵੀ ਕਰਦੇ ਆ, UN ਨੇਸ਼ਨ ਨੂੰ ਅਸੀਂ ਵੀ ਰਿਸਪੈਕਟ ਕਰਦੇ ਆ, UN ਨੇਸ਼ਨ ਨੂੰ। ਖੈਰ ਫਾਊਂਡਿੰਗ ਫਾਦਰਸ ਨੇ ਅਮਰੀਕਨਸ ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਕਿ ਵੀ ਆਰ ਨੈਚੁਰਲ ਐਲਾਈ। ਬਟ ਅਗਰ ਅਸੀਂ ਆਪਣੀ ਜਰਨੀ ਦੇਖੀਏ 1947 to 22 ਤੱਕ ਤੇ ਬਹੁਤ ਹੀ ਅਪਸ ਐਂਡ ਡਾਊਨਸ ਹੈ। ਟੂ ਸਟਾਰਟ ਵਿਦ 1949 ਚ ਨਹਿਰੂ ਜੀ ਵਿਜ਼ਿਟ ਕਰਦੇ ਆ ਅਮਰੀਕਾ ਪਹਿਲੀ ਵਾਰੀ ਐਜ਼ ਅ ਪ੍ਰਾਈਮ ਮਿਨਿਸਟਰ। ਲੇਕਿਨ ਉਹ ਵਿਜ਼ਿਟ ਕਰਨ ਦੇ ਬਾਅਦ ਉਹ ਉੱਥੇ ਬਿਲਕੁਲ ਹੀ ਅਮਰੀਕਾ ਦੇ ਇਸ਼ਾਰਿਆਂ ਤੇ ਨਹੀਂ ਚੱਲਦੇ ਕਿਉਂਕਿ ਅਸੀਂ ਨੌਨ ਅਲਾਈਨਡ ਪਾਲਿਸੀ ਨੂੰ ਫੋਲੋ ਕਰ ਰਹੇ ਸੀ। ਨੌਨ ਅਲਾਈਨਡ ਦਾ ਮਤਲਬ ਹੈ ਕਿ ਅਸੀਂ ਨਾ ਅਮਰੀਕਾ ਵੱਲ ਜਾਣਾ ਨਾ ਹੀ ਰਸ਼ੀਆ ਵੱਲ ਜਾਣਾ। ਉਦੋਂ ਕੋਲਡ ਵਾਰ ਦਾ ਯੁੱਗ ਚੱਲ ਰਿਹਾ ਸੀਗਾ। The Cold War was between the America and between the erstwhile USSR, ਜਿਹਨੂੰ ਅਸੀਂ ਅੱਜ ਰਸ਼ੀਆ ਕਹਿੰਦੇ ਹਾਂ। ਨੰਬਰ 2, ਉਸ ਤੋਂ ਬਾਅਦ 1959 ਚ ਅਮਰੀਕਾ ਦੇ ਪ੍ਰੈਜ਼ੀਡੈਂਟ ਆਈਜ਼ਨ ਬਰਾਊਨ ਉਹ ਇੱਥੇ ਵਿਜ਼ਿਟ ਕਰਦੇ ਇੰਡੀਆ ਵਿੱਚ, ਠੀਕ ਹੈ। ਉਸ ਤੋਂ ਬਾਅਦ ਇੱਕ ਕੋਰੀਅਨ ਕ੍ਰਾਈਸਿਸ ਦੀ ਘਟਨਾ ਹੋ ਜਾਂਦੀ, ਜਿੱਦਾਂ ਹੁਣ ਯੂਕਰੇਨ ਕ੍ਰਾਈਸਿਸ ਹੈ। ਕੋਰੀਅਨ ਕ੍ਰਾਈਸਿਸ 'ਚ ਇੰਡੀਆ ਬਿਲਕੁਲ ਚਾਈਨਾ ਦੇ ਵੱਲ ਹੋ ਜਾਂਦਾ, ਈਵਨ ਆਫਟਰ ਬੀਇੰਗ ਨੌਨ ਅਲਾਈਨਡ, ਮਤਲਬ ਅਮਰੀਕਾ ਦੇ ਵੱਲ ਨਹੀਂ ਹੁੰਦਾ। ਫਿਰ ਆਉਂਦੀ ਹੈ 1962 ਦਾ ਵਾਰ, ਇੰਡੀਆ ਤੇ ਚਾਈਨਾ ਦਾ ਜਿਹੜਾ ਵਾਰ ਹੁੰਦਾ ਹੈ। ਉਹ ਵਾਰ ਵਿੱਚ ਅਮਰੀਕਾ ਹੈਲਪਸ ਇੰਡੀਆ ਇਨ ਗੈਟਿੰਗ ਦਿਸ ਮੈਕਮੋਹਨ ਲਾਈਨ ਨੂੰ ਰੈਕੋਗਨਾਈਜ਼ ਕਰਨ 'ਚ ਹੈਲਪ ਕਰਦਾ ਹੈ, ਇੱਕ ਮੋਰਲ ਸਪੋਰਟ ਦਿੰਦਾ ਹੈ। ਦੈਨ ਕਮਸ ਵਾਰ ਆਫ 65 ਜਿਹੜਾ ਪਾਕਿਸਤਾਨ ਨਾਲ ਹੁੰਦਾ ਹੈ। ਉਦੋਂ ਜਿਹੜਾ ਅਮਰੀਕਾ ਹੈ ਨਿਊਟਰਲ ਸਟੈਂਡ ਲੈ ਲੈਂਦਾ ਹੈ ਸਾਈਡਸ ਵਿਦ ਪਾਕਿਸਤਾਨ, ਕਿਉਂਕਿ ਪਾਕਿਸਤਾਨ ਉਹਦਾ ਇੱਕ ਸਟ੍ਰੈਟੇਜਿਕ ਪਾਰਟਨਰ ਸੀਗਾ। ਦੈਨ the war of 1971 ਚ ਅਗੇਨ USA is tilted towards ਪਾਕਿਸਤਾਨ। ਹੁਣ ਜਿਹੜੀ ਗੇਮ ਚੇਂਜ ਹੁੰਦੀ ਹੈ that changes in 1998 ਜਦੋਂ ਅਸੀਂ ਪੋਖਰਨ ਟੈਸਟ ਕਰਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਨਿਊਕਲੀਅਰ ਡਿਕਲੇਅਰ ਕਰਦੇ ਹਾਂ। NDA 1 ਦੀ ਰਜੀਮ ਅਟਲ ਬਿਹਾਰੀ ਵਾਜਪਾਈ ਦੇ ਅੰਡਰ ਜਦੋਂ ਅਸੀਂ ਇਹ ਟੈਸਟ ਕਰਦੇ ਹਾਂ ਸਾਡੇ ਤੇ ਸੈਂਕਸ਼ਨ ਲੱਗ ਜਾਂਦੇ, ਸਾਰਾ ਦੁਨੀਆ ਮਤਲਬ ਸਾਡਾ ਦੁਸ਼ਮਣ ਬਣ ਜਾਂਦਾ ਹੈ। but it is in 2000 when Clinton pays a visit, and 2001 ਇੱਕ ਬਹੁਤ ਹੀ benchmark ਹੈ ਇੰਡੀਆ US ਦੇ ਰਿਲੇਸ਼ਨਸ਼ਿਪ 'ਚ, ਕਿਉਂਕਿ ਸੈਪਟੈਂਬਰ 9/11 ਦਾ ਅਟੈਕ ਹੁੰਦਾ 2001 ਤਾਂ ਪਹਿਲੀ ਵਾਰੀ ਅਮਰੀਕਾ ਰਿਅਲਾਈਜ਼ ਕਰਦਾ ਕਿ ਜਿਹੜਾ ਇੰਡੀਆ ਵਾਰ ਅਗੇਂਸਟ ਟੈਰਰਿਜ਼ਮ ਦੀ ਗੱਲ ਕਰ ਰਿਹਾ ਉਹ ਕਿੰਨੀ ਸਹੀ ਸੀਗੀ।
ਉਸ ਤੋਂ ਬਾਅਦ 2005 ਵਿੱਚ ਫਿਰ ਆਦਾਨ ਪ੍ਰਦਾਨ ਹੁੰਦਾ ਹੈ, ਫਿਰ ਇੰਨੇ ਹਾਈ ਲੈਵਲ ਦੀਆਂ ਪੋਲੀਟੀਕਲ ਵਿਜ਼ਿਟਸ ਹੁੰਦੀਆਂ, ਬਰਾਕ ਓਬਾਮਾ ਆਉਂਦੇ ਨੇ, ਫੋਲੋਡ ਬਾय ਡੋਨਲਡ ਟਰੰਪ, ਔਰ ਬਾਈਡਨ ਸਾਹਿਬ ਤੇ ਨਹੀਂ ਆਏ, ਲੇਕਿਨ 2022 ਚ ਬਾਈਡਨ ਔਰ ਮੋਦੀ ਸਾਹਿਬ ਦੀ ਵੈਸੇ 2 ਵਾਰੀ ਮੁਲਾਕਾਤ ਹੋ ਚੁੱਕੀ ਹੈ ਇੰਟਰਨੈਸ਼ਨਲ ਫੋਰਮਸ ਤੇ, ਲਾਈਕ G20 ਤੇ ਐਕਸੈਟਰਾ। ਬਿਲਕੁਲ ਹੋ ਚੁੱਕੀ ਹੈ। ਔਰ ਅਸੀਂ ਜਦੋਂ ਦੇਖਦੇ ਹਾਂ ਕਿ ਇੰਡੋਨੇਸ਼ੀਆ ਦੇ ਵਿੱਚ ਜੋ ਬਾਲੀ ਦੇ ਵਿੱਚ ਸਬਮਿਟ ਹੋਈ ਹੈ G20 ਦੀ, ਉਦੋਂ ਵੀ ਦੋਵਾਂ ਦੇ ਰਿਲੇਸ਼ਨਸ ਕਾਫੀ ਨਿਖਰ ਕੇ ਸਾਹਮਣੇ ਆਏ ਨੇ। ਹਾਲਾਂਕਿ 15 ਵਾਰ ਪਹਿਲਾਂ ਵੀ ਮਿਲ ਚੁੱਕੇ ਨੇ ਜੋ ਬਾਈਡਨ ਸਾਹਿਬ ਔਰ ਨਰਿੰਦਰ ਮੋਦੀ, ਪ੍ਰਾਈਮ ਮਿਨਿਸਟਰ ਆਫ ਇੰਡੀਆ ਐਂਡ ਪ੍ਰੈਜ਼ੀਡੈਂਟ ਆਫ ਅਮਰੀਕਾ। ਇਸ ਦੇ ਬਾਅਦ ਬਹੁਤ ਵਧੀਆ ਰਿਲੇਸ਼ਨਸ ਨਿਖਰ ਕੇ ਸਾਹਮਣੇ ਆਏ ਨੇ। ਔਰ ਵਾਈਟ ਹਾਊਸ ਹਮੇਸ਼ਾ ਹੀ ਇਹ ਕਹਿੰਦਾ ਕਿ ਜਦੋਂ ਵੀ ਅਸੀਂ ਵਰਲਡ ਇਸ਼ੂਜ਼ ਦੀ ਗੱਲ ਕਰਦੇ ਹਾਂ, ਚਾਹੇ ਉਹ ਨਿਊਕਲੀਅਰਸ ਨੂੰ ਲੈ ਕੇ ਹੋਵੇ, ਚਾਹੇ ਉਹ ਇਨਵਾਇਰਮੈਂਟ ਨੂੰ ਲੈ ਕੇ ਹੋਵੇ, ਚਾਹੇ ਉਹ ਕੋਈ ਗਲੋਬਲ ਏਜੰਡਾ ਅਸੀਂ ਲੈ ਕੇ ਚੱਲੀਏ, ਅਸੀਂ ਇੰਡੀਆ ਨੂੰ ਆਪਣਾ ਬਹੁਤ ਵਧੀਆ ਪਾਰਟਨਰ, ਬਹੁਤ ਵੱਡਾ ਭਾਈਵਾਲ ਮੰਨਦੇ ਹਾਂ ਔਰ ਅਸੀਂ ਉੱਤੇ ਟਰਸਟ ਕਰਦੇ ਹਾਂ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਵਾਕਈ ਇਹ ਸੱਚਾਈ ਹੈ ਜਾਂ ਇਹ ਪੋਲੀਟੀਕਲ ਕੰਪਲਸ਼ਨਸ ਨੇ। ਜਦੋਂ ਅਸੀਂ ਫੋਰਨ ਪਾਲਿਸੀ ਜਾਂ ਇੰਟਰਨੈਸ਼ਨਲ ਰਿਲੇਸ਼ਨ ਦੇ ਬੇਸਿਸ ਤੇ ਕਿਸੇ ਦੂਸਰੇ ਦੇਸ਼ ਨਾਲ ਸੰਬੰਧ ਬਣਾਉਂਦੇ ਆ, ਤੇ ਉਦੋਂ ਅਸੀਂ ਜਿਹੜੇ ਬਿਯੋਂਡ ਪੋਲੀਟੀਕਲ ਕੰਪਲਸ਼ਨ ਜਿਹੜੇ ਐਸਪੈਕਟਸ ਹੁੰਦੇ ਉਹਨਾਂ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਜਿਹਨੂੰ ਕਿ ਅਸੀਂ ਕਲਚਰਲ ਟਾਈਜ਼ ਕਹਿੰਦੇ ਆ। ਹੁਣ ਸਾਡੀ ਅਮਰੀਕਾ ਦੇ ਨਾਲ ਬਹੁਤ ਸਟਰੋਂਗ ਕਲਚਰਲ ਟਾਈਜ਼ ਹੈ। ਰੀਜ਼ਨ ਬੀਇੰਗ ਕਿ 4 ਮਿਲੀਅਨ ਸਟਰੋਂਗ ਇੰਡੀਅਨ ਡਾਇਸਪੋਰਾ ਇਜ਼ ਪ੍ਰੈਜ਼ੈਂਟ ਇਨ ਅਮਰੀਕਾ। ਉਸ ਤੋਂ ਇਲਾਵਾ 200,000 ਇੰਡੀਅਨ ਸਟੂਡੈਂਟਸ, ਮਿਲੀਅਨਸ ਦੇ ਤਾਦਾਦ ਵਿੱਚ ਅਮਰੀਕਾ ਦੀ ਅਲੱਗ-ਅਲੱਗ ਐਜੂਕੇਸ਼ਨਲ ਇੰਸਟੀਟਿਊਸ਼ਨਸ 'ਚ ਪੜ੍ਹ ਰਹੇ ਨੇ। ਠੀਕ ਹੈ ਜੀ। ਹੁਣ ਦੇਖੋ, ਅੱਜ ਅਸੀਂ ਕਹਿੰਦੇ ਆ ਕਿ ਸਾਡਾ ਦੋਸਤ ਰਸ਼ੀਆ। ਤੁਸੀਂ ਰਸ਼ੀਆ ਦਾ ਡਾਇਸਪੋਰਾ ਦੇਖ ਲਓ ਇੰਡੀਅਨ, ਔਰ ਅਮਰੀਕਾ 'ਚ ਜਿਹੜਾ ਸਾਡਾ ਪੰਜਾਬੀ ਚਾਹੇ ਗੁਜਰਾਤੀ ਹੈ, ਜਿੰਨੇ ਵੀ ਰਹਿ ਰਹੇ, ਤੁਸੀਂ ਕੰਪੈਰੀਜ਼ਨ ਅਗਰ ਅਸੀਂ ਫਿਗਰਸ ਦਾ ਕਰਾਂਗੇ ਤੇ ਐਵਰੀਬਡੀ ਵਾਂਟਸ ਟੂ ਸੈਟਲ ਡਾਊਨ ਇਨ ਅਮਰੀਕਾ ਐਂਡ ਨਾਟ ਇਨ ਰਸ਼ੀਆ। ਸ਼ੋਰ। ਠੀਕ ਹੈ ਜੀ। ਉਸ ਤੋਂ ਇਲਾਵਾ ਜਿਹੜਾ ਸਾਡਾ ਡੈਮੋਕ੍ਰੇਸੀ ਦਾ ਇੱਕ ਸੰਬੰਧ ਹੈ, ਉਹ ਵੀ ਸਾਡੇ ਲਈ ਬੜਾ ਹੀ ਇੱਕ that also makes us natural friends। ਉਸ ਤੋਂ ਬਾਅਦ ਇਕਨੋਮਿਕਸ, ਇਹ ਸਾਰੇ ਫੈਕਟਰਸ ਚਲੋ ਬਾਅਦ ਚੋਂ ਆ ਜਾਣਗੇ, ਲੇਕਿਨ ਮੁੱਕਦੀ ਗੱਲ ਹੈ ਕਿ ਅੱਜ ਇੰਡੀਅਨ ਡਾਇਸਪੋਰਾ ਉੱਥੇ ਬੜੀ ਸਟਰੋਂਗ ਪ੍ਰੈਜ਼ੈਂਸ ਹੈ, ਇੰਡੀਅਨ ਇਮੀਗ੍ਰੈਂਟਸ ਦੀ ਬੜੀ ਸਟਰੋਂਗ ਪ੍ਰੈਜ਼ੈਂਸ ਹੈ, ਔਰ ਪੰਜਾਬੀਆਂ ਨੇ ਤਾਂ ਬਹੁਤ ਵੱਡਾ ਰੋਲ ਪਲੇ ਕੀਤਾ ਉੱਥੇ। ਪੰਜਾਬ was the first community ਜਿਨ੍ਹਾਂ ਨੇ 100 ਸਾਲ ਪਹਿਲੇ which decided to go there to America, ਜਦੋਂ ਕਿਸੇ ਦੇ ਖਾਬਾ ਖਿਆਲਾਂ 'ਚ ਵੀ ਨਹੀਂ ਸੀਗਾ ਕਿ ਜਹਾਜ਼ 'ਚ ਵੀ ਚੜ੍ਹਨਾ ਹੈ ਜਾਂ ਸਮੁੰਦਰੀ ਰਸਤੇ ਤੋਂ ਜਾਣਾ, ਪੰਜਾਬੀਆਂ ਨੇ ਤਾਂ ਉਦੋਂ ਉੱਥੇ ਮੱਲ ਮਾਰ ਲਈ। ਸ਼ੋਰ। ਸੋ ਗੁੱਡ ਰਿਹਾ ਹੈ, ਬਿਲਕੁਲ ਬਹੁਤ ਵਧੀਆ ਰਿਲੇਸ਼ਨਸ ਨੇ। ਔਰ ਵਾਕਈ ਪੰਜਾਬੀ ਉੱਥੇ ਵਸਣਾ ਪਸੰਦ ਕਰਦੇ ਨੇ ਜ਼ਿਆਦਾ, ਕਿਉਂਕਿ ਅਮਰੀਕਾ ਇਜ਼ ਅ ਸੁਪਰ ਪਾਵਰ, ਅਸੀਂ ਸਾਰੇ ਜਾਣਦੇ ਹਾਂ, ਵਰਲਡ ਲੀਡਰ ਹੈ। ਸੋ ਇਹਦੇ ਵਿੱਚ ਇੱਕ ਚੀਜ਼ ਆਉਂਦੀ ਆ ਕਿ ਆਫ ਕੋਰਸ ਟ੍ਰੇਡ ਇਜ਼ ਦੇਅਰ, G20 ਵੀ ਟ੍ਰੇਡ ਹੈ। ਹੁਣ ਜਦੋਂ 2023 ਦੇ ਵਿੱਚ ਇੰਡੀਆ ਹੋਸਟ ਕਰਨ ਜਾ ਰਿਹਾ ਹੈ G20 ਨੂੰ, ਉਹਦੇ ਵਿੱਚ ਵੀ ਟ੍ਰੇਡ ਹੈ, ਬੇਸਿਕ ਇਜ਼ ਟ੍ਰੇਡ। ਅਸੀਂ ਪਹਿਲਾਂ ਵੀ ਆਪਣੇ ਪਲੇਟਫਾਰਮਸ ਤੋਂ ਡਿਸਕਸ ਕਰ ਚੁੱਕੇ ਹਾਂ। ਬੇਸਿਕਲੀ ਇਨਵੇਡਰਸ ਐਂਡ ਟ੍ਰੇਡਰਸ ਜੋ ਸ਼ੇਪ ਕਰਦੇ ਨੇ ਸਾਰੇ ਦੇ ਸਾਰੇ ਇਨਵਾਇਰਮੈਂਟ ਨੂੰ, ਜੋ ਇੰਟਰਨੈਸ਼ਨਲ ਇਨਵਾਇਰਮੈਂਟ ਹੈ, ਔਰ ਉਸ ਨੂੰ ਹੀ ਦੇਖੀਏ ਤਾਂ ਜੀਓ ਇਕਨੋਮਿਕਸ ਐਂਡ ਜੀਓ ਪੋਲੀਟਿਕਸ, ਇਹੀ ਚੀਜ਼ਾਂ ਨੇ। ਔਰ ਦੋਵਾਂ ਵਾਸਤੇ ਵਿਨ ਵਿਨ ਸਿਚੁਏਸ਼ਨ ਹੋਣੀ ਚਾਹੀਦੀ ਹੈ, ਬਿਕੋਜ਼ ਬੋਟਮ ਲਾਈਨ ਇਜ਼ ਪ੍ਰੋਫਿਟ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਜੋ ਜੀਓ ਪੋਲੀਟਿਕਸ ਹੈ, ਜੀਓ ਇਕਨੋਮਿਕਸ ਹੈ, ਉਹ ਇੰਡੀਆ ਤੇ ਅਮਰੀਕਾ ਦੇ ਰਿਲੇਸ਼ਨਸ ਨੂੰ ਸ਼ੇਪ ਅਪ ਕਰਨ ਵਾਸਤੇ ਕੀ ਰੋਲ ਪਲੇ ਕਰ ਸਕਦੇ ਹਨ ਇਸ ਵਕਤ ਪ੍ਰੈਜ਼ੈਂਟ ਸਿਨੈਰੀਓ? ਜਦੋਂ ਅਸੀਂ ਇਹ ਰਿਲੇਸ਼ਨਸ ਨੂੰ ਸਮਝਣਾ ਹੈ ਤਾਂ ਸਾਨੂੰ 2-3 ਚੀਜ਼ਾਂ ਸੇ ਬਾਈਫਿਕੇਸ਼ਨ ਕਰਨੀ ਪਏਗੀ। ਨੰਬਰ 1, ਸਾਡੇ ਇਕਨੋਮਿਕ ਰਿਲੇਸ਼ਨ, ਬਿਕੋਜ਼ ਇਕਨੋਮਿਕਸ ਇਜ਼ ਦੀ ਇੰਜਨ which drives the other relations. Number 2 is our defense partnership. Number 3 is the strategic partnership and the geopolitics. Now, if we discuss about our economic relations, so today, ਅੱਜ ਅਸੀਂ second largest partner ਹਾਂ ਅਮਰੀਕਾ ਦੇ। ਸਾਡਾ ਜਿਹੜਾ ਟ੍ਰੇਡ ਹੈ ਉਹ ਇਸ ਟਾਈਮ ਇੰਨਾ ਕੁ ਵਧੀਆ ਚੱਲ ਰਿਹਾ ਅਮਰੀਕਾ ਨਾਲ ਕਿ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਕਿ we will become number 1. In fact, we are number 1 ਟ੍ਰੇਡ ਪਾਰਟਨਰਸ, ਜਿਹੜੀ ਕਿ ਬਹੁਤ ਵੱਡੀ, ਜਦੋਂ ਟ੍ਰੇਡ ਪਾਰਟਨਰ ਕੋਈ ਛੋਟੀ ਗੱਲ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਵੀ ਆਰ ਡਿਪੈਂਡੈਂਟ, ਅਸੀਂ ਸਾਡੀ ਇਕਨੋਮੀ ਉਹਨਾਂ ਦੇ ਉੱਪਰ ਡਿਪੈਂਡੈਂਟ ਹੈ, ਔਰ ਅਮਰੀਕਾ ਦੇ ਲਈ ਅਸੀਂ ਇੱਕ ਬਹੁਤ ਵੱਡੀ ਮਾਰਕੀਟ ਆ ਅਮਰੀਕਨ ਦੇ ਗੁੱਡਸ ਨੂੰ ਕੰਜ਼ਿਊਮ ਕਰਨ ਲਈ। ਇਹ ਵੀ ਇੱਕ ਬਹੁਤ ਵੱਡੀ ਰਿਐਲਿਟੀ ਹੈ।
ਠੀਕ ਹੈ ਜੀ। ਹੁਣ ਇਕਨੋਮਿਕਸ ਤੁਸੀਂ G20 ਦਾ ਹਵਾਲਾ ਦੇ ਚੁੱਕੇ ਹੋ। ਹੁਣ G20 ਵਿੱਚ ਅਮਰੀਕਾ, ਅਗਰ ਇੰਡੀਆ ਸ਼ਾਮਿਲ ਹੋਇਆ ਹੈ ਤੇ ਉਹ ਅਮਰੀਕਾ ਦੀ ਮਰਜ਼ੀ ਬਗੈਰ ਤਾਂ ਨਹੀਂ ਹੋਇਆ ਨਾ। ਅਗਰ ਇੰਡੀਆ ਨੂੰ G20 ਦੀ ਪ੍ਰੈਜ਼ੀਡੈਂਸੀ ਮਿਲੀ ਹੈ, ਠੀਕ ਹੈ, ਇੰਡੀਆ ਕੁਆਲੀਫਾਈ ਕਰਦਾ ਸੀ, ਬਟ ਇਹਦੇ ਚ ਕਿਤੇ ਨਾ ਕਿਤੇ ਥੋੜਾ ਸੌਫਟ ਪਾਵਰ, ਨਾਟ ਸੌਫਟ ਪਾਵਰ ਬਟ ਸੌਫਟ ਸਟੈਂਡ ਜਿਹੜਾ ਹੈ ਅਮਰੀਕਾ ਦਾ ਵੀ ਨਜ਼ਰ ਆ ਰਿਹਾ ਹੈ। ਜੇ ਅਸੀਂ ਕਹੀਏ ਕਿ ਜੀ ਇੰਡੀਆ ਰਾਤੋਂ ਰਾਤ ਇੱਕਦਮ ਸ਼ਾਈਨ ਕਰ ਰਿਹਾ ਹੈ, ਤੇ ਇਦਾਂ ਨਹੀਂ ਹੈ। ਇਟ ਇਜ਼ ਅ ਟੂ ਵੇ ਪ੍ਰੋਸੈਸ। ਇੰਡੀਆ ਵੀ ਆਪਣੀ ਐਲੀਜੀਬਿਲਿਟੀ ਨੂੰ ਕਲੇਮ ਕਰ ਰਿਹਾ ਹੈ ਔਰ ਅਮਰੀਕਾ ਵੀ ਰਿਸਪੌਂਡ ਕਰ ਰਿਹਾ ਹੈ। G20 ਦੀ ਪਾਰਟਨਰਸ਼ਿਪ ਮਿਲਣੀ ਮਤਲਬ ਕੋਈ ਚਲੋ ਇੰਨੀ ਛੋਟੀ ਗੱਲ ਨਹੀਂ ਹੈ। ਬਿਨਾ USA ਦੇ ਆਸ਼ੀਰਵਾਦ ਤੋਂ ਜਾਂ ਬਿਨਾ USA ਦੇ ਇੰਟਰਸਟ ਤੋਂ ਇਹ ਪੋਸੀਬਲ ਨਹੀਂ ਸੀ ਹੋਣਾ। ਠੀਕ ਹੈ ਜੀ। ਹੁਣ ਅਸੀਂ ਗੱਲ ਕਰੀਏ, ਅਗਰ ਅਸੀਂ ਜੀਓ ਪੋਲਿਟਿਕਸ ਦੀ ਅਗਰ ਅਸੀਂ ਐਂਗਲ ਤੋਂ ਦੇਖੀਏ ਤਾਂ ਇੰਡੀਆ ਇਜ਼ ਅ ਵੈਰੀ ਵੈਰੀ ਸਟਰੋਂਗ ਕੰਟੈਂਡਰ ਫॉर ਅਮਰੀਕਾਜ਼ ਫਰੈਂਡਸ਼ਿਪ। ਨੰਬਰ 1 ਵਾਈ? ਬਿਕੋਜ਼ ਅਮਰੀਕਾ ਅਗਰ ਇੰਡੀਆ ਨੂੰ ਦੇਖ ਰਿਹਾ ਤਾਂ ਉਹਦੇ ਦੋ ਰੀਜ਼ਨ ਹੈ। ਨੰਬਰ 1 ਹਾਊ ਟੂ ਕੰਟੇਨ ਚਾਈਨਾ, ਐਂਡ ਨੰਬਰ 2 ਰਸ਼ੀਆ ਤੋਂ ਦੂਰ ਕਿੱਦਾਂ ਲੈ ਕੇ ਜਾਣਾ। ਲੇਕਿਨ ਇੰਡੀਆ ਜਿਹੜਾ ਅਮਰੀਕਾ ਦੇ ਗੋਦ 'ਚ ਜਾਣਾ ਚਾਹੁੰਦਾ ਹੈ ਜਾਂ ਅਮਰੀਕਾ ਦੇ ਨਾਲ ਡੀਲ ਕਰ ਰਿਹਾ ਹੈ, ਉਹਦੇ ਦੋ ਇਸ਼ੂਜ਼ ਹੈ, ਬਾਇਲੈਟਰਲ ਰਿਲੇਸ਼ਨਸ ਐਂਡ ਇਕਨੋਮਿਕ ਰਿਲੇਸ਼ਨਸ। ਠੀਕ ਹੈ। ਹੁਣ ਤੁਸੀਂ ਜੀਓਪੋਲਿਟਿਕਸ ਤੁਸੀਂ ਦੇਖੋ, ਯੂਕਰੇਨ ਕ੍ਰਾਈਸਿਸ ਚੱਲ ਰਿਹਾ ਹੈ। ਇੰਡੀਆ ਇਜ਼ ਦ ਲਾਰਜੈਸਟ ਪਾਰਟਨਰ, ਸਟ੍ਰੈਟੇਜਿਕ ਪਾਰਟਨਰ ਆਫ ਅਮਰੀਕਾ। ਕੁਆਡ ਬਣਾਈ ਇਹਨਾਂ ਨੇ, ਉਸਦੇ ਬਾਵਜੂਦ ਜਿਹੜਾ ਇੰਡੀਆ ਹੈ ਉਹ ਯੂਕਰੇਨ ਰਸ਼ੀਆ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਿਹਾ। Sure. ਔਰ ਪੂਰਾ 2022 ਚ ਪੂਰਾ ਇਹੀ ਗੇਮ ਚੱਲਦੀ ਰਹੀ ਕਿ ਇੰਡੀਆ ਇਜ਼ ਬਾਇੰਗ ਆਇਲ ਫਰੋਮ ਯੂਕਰੇਨ, ਹੈ ਨਾ। ਫਿਰ ਅਮਰੀਕਾ ਨੇ ਇਹ ਕਹਿ ਦਿੱਤਾ ਕਿ ਚਲੋ ਉਹਨਾਂ ਦੀਆਂ ਕੁਝ ਕੰਪਲਸ਼ਨਸ ਹੈ, ਉਹਨਾਂ ਦੀ ਮਾਰਕੀਟ ਹੈ, ਉਹਨਾਂ ਨੇ ਆਪਣੇ ਨੈਸ਼ਨਲ ਇੰਟਰਸਟ ਨੂੰ ਦੇਖਣਾ ਹੈ। ਤੇ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਬੂਤ ਹੈ ਕਿ ਇਸ ਟਾਈਮ ਜਿਹੜਾ ਅਮਰੀਕਾ ਹੈ, it has a clear tilt towards India just to counter China. Sure. ਔਰ ਅਗਰ ਅਸੀਂ ਟੈਕਨੋਲੋਜੀਕਲੀ ਦੇਖੀਏ, ਟੈਕਨੋਲੋਜੀਕਲੀ ਹੁਣ ਜਿੰਨੇ ਵੀ ਹੁਣੀ 2+2 ਗਰੁੱਪ ਦਾ ਡਾਇਲੋਗ ਹੋਇਆ ਹੈ, ਇਹਦੇ 'ਚ ਕੀ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਜਿਹੜਾ ਸਾਈਬਰ ਸਪੇਸ ਹੈ, ਠੀਕ ਹੈ, ਜਿਹੜੀ ਹੋਰ ਸਾਈਬਰ ਸਿਕਿਉਰਿਟੀਜ਼ ਦੇ ਜਿਹੜੇ ਇਸ਼ੂਜ਼ ਹੈ, ਦੇਖੋ ਆਉਣ ਵਾਲੇ ਜਿਹੜੇ ਰਿਲੇਸ਼ਨਸ਼ਿਪਸ ਹੈ ਔਰ ਜਿਹੜੀ ਡਿਫੈਂਸ ਹੈ, that will be based on technological edge. ਤੁਸੀਂ ਸੁਣਿਆ ਹੋਗਾ ਅੱਜ ਕੱਲ ਬੜਾ ਖਬਰਾਂ 'ਚ ਆ ਰਿਹਾ ਹੈ ਕਿ ਜਿਹੜੇ ਚਿਪਸ ਦਾ ਹੈ, ਮਤਲਬ ਅਮਰੀਕਾ ਬੜਾ ਸਟਰੋਂਗ ਸੈਂਕਸ਼ਨਸ ਲਗਾ ਰਿਹਾ। ਮਤਲਬ ਅਮਰੀਕਾ ਇਜ਼ ਨਾਟ ਲੈਟਿੰਗ ਅਮਰੀਕਨ ਕੰਪਨੀਜ਼ ਟੂ ਸੈਲ ਦੋਜ਼ ਚਿਪਸ, ਜਿਹਨੂੰ ਅਸੀਂ ਸੈਮੀ ਕੰਡਕਟਰ ਵੀ ਕਹਿੰਦੇ ਆ, ਟੂ ਦੀ ਚਾਈਨੀਜ਼, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹੁਣ ਚਾਈਨਾ ਇੰਨਾ ਟੈਕਨੋਲੋਜੀਕਲੀ ਐਡਵਾਂਸ ਹੋ ਚੁੱਕਿਆ ਹੈ ਕਿ ਨਾਓ ਦੇ ਡੋਂਟ ਵਾਂਟ ਦੈਟ ਚਾਈਨਾ ਸ਼ੁੱਡ ਮੂਵ ਫਰਦਰ ਇਨ ਦਿਸ ਡਾਇਰੈਕਸ਼ਨ। ਲੇਕਿਨ ਜੇ ਇੰਡੀਆ ਨੂੰ ਨਾਲ ਰੱਖਣਾ ਹੈ ਤਾਂ ਥੋੜੀ ਜਿਹੀ ਟੈਕਨੋਲੋਜੀਕਲ ਟ੍ਰਾਂਸਫਰ ਦੇਣੀ ਪਏਗੀ। ਇੱਥੇ ਮੈਂ ਤੁਹਾਡੇ ਨਾਲ ਇੱਕ ਬੜੀ ਇੰਟਰਸਟਿੰਗ ਚੀਜ਼ ਸ਼ੇਅਰ ਕਰਦੀ ਹਾਂ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸਾਡਾ ਕਾਰਗਿਲ ਦਾ ਯੁੱਧ ਹੋਇਆ, ਠੀਕ ਹੈ, 2000 ਚ ਸਾਡਾ ਯੁੱਧ ਹੋਇਆ ਕਾਰਗਿਲ ਵਾਰ ਵਾਜ਼ ਅ ਬਿਗ ਨਿਊਜ਼ ਐਟ ਗਲੋਬਲ ਲੈਵਲ। ਇੰਡੀਆ ਨੇ ਇਹਨੂੰ ਬੜਾ ਅੱਛੀ ਤਰ੍ਹਾਂ ਜਿੱਤ ਲਿਆ, ਲੇਕਿਨ ਉਸ ਟਾਈਮ ਸਾਡੇ ਕੋਲ GPS ਟੈਕਨੋਲੋਜੀ ਨਹੀਂ ਸੀਗੀ। ਜੇ ਸਾਡੇ ਕੋਲ ਉਸ ਟਾਈਮ GPS ਟੈਕਨੋਲੋਜੀ ਹੁੰਦੀ ਤੇ ਉਹ ਵਾਰ ਜਿਹੜਾ ਸਾਨੂੰ 20 ਦਿਨ ਲੜਨਾ ਪਿਆ, ਦੈਟ ਵੁੱਡ ਹੈਵ ਅਸੀਂ 2 ਦਿਨਾਂ 'ਚ ਸ਼ਾਇਦ ਕਨਕਲੂਡ ਕਰ ਲੈਂਦੇ। ਟੈਕਨੋਲੋਜੀ ਦਾ ਇਹ ਰੋਲ ਹੁੰਦਾ ਹੈ। ਟੈਕਨੋਲੋਜੀ ਦਾ ਰੋਲ ਜੋ ਤੁਸੀਂ ਔਰ ਮੈਂ, ਜੋ ਅਸੀਂ ਆਮ ਇਨਸਾਨ ਟੈਕਨੋਲੋਜੀ ਯੂਜ਼ ਕਰ ਰਹੇ ਹਾਂ, ਮੋਬਾਈਲ ਹੋ ਗਿਆ, ਇੰਟਰਨੈਟ ਹੋ ਗਿਆ, ਇਹ ਤੇ ਇੱਕ ਬੜਾ ਬੇਸਿਕ ਲੈਵਲ ਹੈ ਟੈਕਨੋਲੋਜੀਜ਼ ਦਾ। ਜਿਹੜੇ ਟੈਕਨੋਲੋਜੀ ਦਾ ਹਾਈ ਐਂਡਸ ਹੈ, ਦੈਟ ਇਜ਼ ਬੀਇੰਗ ਯੂਜ਼ਡ ਇਨ ਡਿਫੈਂਸ। ਔਰ ਉਹ ਟੈਕਨੋਲੋਜੀ ਹੀ ਨੇਸ਼ਨ ਨੂੰ ਬਣਾਏਗੀ ਸੁਪਰ ਪਾਵਰ ਜਾਂ ਅਪਕਮਿੰਗ ਸੁਪਰ ਪਾਵਰ। ਤੇ ਹਾਂਜੀ ਸਰ ਜੀ ਬਿਲਕੁਲ ਠੀਕ ਕਹਿ ਰਹੇ ਹੋ, ਟੈਕਨੋਲੋਜੀ ਬਣਾਏਗੀ। ਔਰ ਦੂਸਰਾ ਜੋ ਅਸੀਂ ਆਲਟਰਨੇਟਿਵ ਲੱਭਦੇ ਪਏ ਹਾਂ એનર્ਜੀ ਦਾ, ਉਹ ਵੀ ਬਿਕੋਜ਼ ਅਸੀਂ ਜ਼ਿਆਦਾ ਡਿਪੈਂਡ ਨਹੀਂ ਹੋਣਾ ਚਾਹੁੰਦੇ ਹੁਣ ਨੈਚੁਰਲ ਗੈਸ ਦੇ ਉੱਤੇ, ਨੈਚੁਰਲ ਪੈਟਰੋਲੀਅਮ ਪ੍ਰੋਡਕਟਸ ਦੇ ਉੱਤੇ। ਸੋ ਅਸੀਂ ਚਾਹੁੰਦੇ ਹਾਂ ਕਿ ਕੋਈ ਹੋਰ ਆਲਟਰਨੇਟਿਵ એનર્ਜੀ ਦਾ ਲੱਭੇ, ਕਿਉਂਕਿ ਕਿਤੇ ਨਾ ਕਿਤੇ ਇਹ ਵੀ ਕਾਰਨ ਬਣਦਾ ਹੈ ਕਿ ਸਾਡੇ ਇੰਟਰਨੈਸ਼ਨਲ ਰਿਲੇਸ਼ਨਸ ਵਿਗੜਦੇ ਨੇ ਬਿਕੋਜ਼ ਆਫ ਥੀਜ਼ ਨੈਚੁਰਲ ਰਿਸੋਰਸਿਸ ਐਂਡ ਸੋਰਸਿਸ। ਸੋ ਇਸ ਨੂੰ ਕਿਸ ਤਰ੍ਹਾਂ ਅਸੀਂ ਡਾਈਵਰਟ ਕਰਨਾ ਹੈ એનર્ਜੀ ਦੇ, ਹੋਰ ਕੀ ਸਾਡੇ ਕੋਲ ਸੋਰਸਿਸ ਹੋ ਸਕਦੇ ਨੇ, ਰਿਸੋਰਸਿਸ ਅਸੀਂ ਪੈਦਾ ਕਰ ਸਕਦੇ ਹਾਂ, ਉਸ ਵੱਲ ਵੀ ਅਸੀਂ ਜਾਣਦੇ ਹਾਂ। ਔਰ ਖਾਸ ਕਰਕੇ ਉਦੋਂ ਨਿਊਕਲੀਅਰ ਦੀ ਗੱਲ ਹੁੰਦੀ ਹੈ ਔਰ ਅਮਰੀਕਾ ਸਭ ਤੋਂ ਜ਼ਿਆਦਾ ਇੰਡੀਆ ਉੱਤੇ ਡਿਪੈਂਡ ਕਰਦਾ ਹੈ ਬਿਕੋਜ਼ ਆਫ ਇੰਡੀਅਨ ਜੋ ਵਿਜ਼ਡਮ ਹੈ ਉਸ ਨੂੰ ਸਾਹਮਣੇ ਰੱਖਦੇ ਹੋਏ। ਸੋ ਅਸੀਂ ਰਿਲੇਸ਼ਨਸ ਦੀ ਜਦੋਂ ਗੱਲ ਕਰਦੇ ਪਏ ਹਾਂ,
ਰਿਲੇਸ਼ਨਸ ਤਾਂ ਹੀ ਚੱਲ ਸਕਦੇ ਨੇ ਜੇ ਦੋਵੇਂ ਵਿਨ-ਵਿਨ ਸਿਚੁਏਸ਼ਨ ਹੋਵੇ, ਦੋਵਾਂ ਨੂੰ ਬਰਾਬਰ ਦੇ ਫਾਇਦੇ ਹੁੰਦੇ ਹੋਣ, ਤਾਂ ਹੀ ਇਕੁਅਲ ਟਰਮਸ ਦੇ ਉੱਤੇ ਹੀ ਅਸੀਂ ਰਹੀਏ ਤਾਂ ਜਾ ਕੇ ਸਾਡੇ ਰਿਲੇਸ਼ਨਸ ਚੱਲ ਸਕਦੇ ਨੇ। ਪਰ ਜੇ ਕੋਈ ਇੱਕ ਜਾਣਾ ਵੀ ਲਿਵਿੰਗ ਔਨ ਦਾ ਐਜ ਵਾਲਾ ਸਿਚੁਏਸ਼ਨ ਆ ਜਾਵੇ, ਉੱਥੇ ਪ੍ਰੋਬਲਮ ਹੋ ਜਾਏਗੀ। ਇਹ ਦੋਵਾਂ ਕੰਟਰੀਜ਼ ਅਮਰੀਕਾ ਐਂਡ ਇੰਡੀਆ ਦੇ ਵਿੱਚ ਕੋਈ ਇੱਦਾਂ ਦਾ ਹੈ ਸਾਨੂੰ ਡਾਊਟ ਕਿ ਲਿਵਿੰਗ ਔਨ ਦਾ ਐਜ ਵਾਲੀ ਕੋਈ ਸਿਚੁਏਸ਼ਨ ਹੈ ਕਿਸੇ ਵਾਸਤੇ, ਜਾਂ ਵਿਨ-ਵਿਨ ਸਿਚੁਏਸ਼ਨ ਹੈ, ਇਕੁਅਲ ਟਰਮਸ ਨੇ? ਦੇਖੋ ਏਦਾਂ ਹੈ ਕਿ ਰਿਲੇਸ਼ਨ ਇਹ ਸਾਡੇ ਪੁਰਾਣੇ ਬਜ਼ੁਰਗ ਵੀ ਕਹਿ ਕੇ ਗਏ ਹੈ ਕਿ ਆਪਣੇ ਬਰਾਬਰ ਵਾਲੇ ਨਾਲ ਦੋਸਤੀ ਰੱਖਣੀ ਚਾਹੀਦੀ ਹੈ ਜੀ। ਇੱਕ ਅਖਾਣ ਇਹ ਵੀ ਹੈ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਹੈਨਾ। ਹੁਣ ਗੱਲ ਏਦਾਂ ਹੈ ਕਿ ਅਗਰ ਅਸੀਂ ਕਹੀਏ ਕਿ ਇੰਡੀਆ ਇਜ਼ ਇੰਡੀਆ ਐਂਡ ਅਮਰੀਕਾ ਦੇ ਆਰ ਇਕੁਅਲ, ਏਦਾਂ ਨਹੀਂ ਹੈ। ਹਾਂ, ਬੜਾ ਹੀ ਅਸਿਮੈਟ੍ਰਿਕਲ ਰਿਲੇਸ਼ਨ ਹੈ। ਅਗਰ ਇੰਡੀਆ ਇਕੁਅਲ ਹੁੰਦਾ ਤਾਂ ਸ਼ਾਇਦ ਅਸੀਂ ਵੀ ਸੁਪਰ ਪਾਵਰ ਹੁੰਦੇ। ਸ਼ੋਰ। ਹੁਣ ਇੱਥੇ ਜੇ ਅਸੀਂ ਰਿਲੇਸ਼ਨਸ਼ਿਪ ਨੂੰ ਡਿਫਾਈਨ ਕਰਨਾ ਹੈ ਤੇ ਅਸੀਂ ਇਹ ਵੀ ਨਹੀਂ ਕੈਟਾਗੋਰਾਈਜ਼ ਕਰ ਸਕਦੇ ਕਿ ਵੱਡਾ ਭਰਾ ਤੇ ਛੋਟਾ ਭਰਾ, ਬਿਕੋਜ਼ ਐਟ ਦਿਸ ਸਟੇਜ ਇੰਡੀਆ ਵੁੱਡ ਨਾਟ ਲਾਈਕ ਟੂ ਐਕਸੈਪਟ ਦਿਸ ਟਰਮ, ਜਦ ਕਿ ਇਹ ਟਰਮੀਨੋਲੋਜੀ ਸਾਊਥ ਏਸ਼ੀਅਨ ਰਿਲੇਸ਼ਨਸ 'ਚ ਯੂਜ਼ ਹੁੰਦੀ ਹੈ ਵੈਨ ਵੀ ਡੀਲ ਵਿਦ ਪਾਕਿਸਤਾਨ ਔਰ ਵਿਦ ਬੰਗਲਾਦੇਸ਼ ਔਰ ਵਿਦ ਸ਼੍ਰੀਲੰਕਾ। ਠੀਕ ਹੈ ਜੀ। ਔਰ ਕੁਝ ਰਿਐਲਿਟੀਜ਼ ਨੂੰ ਸਾਨੂੰ ਐਕਸੈਪਟ ਕਰਨਾ ਪੈਣਾ ਹੈ, ਸਪੈਸ਼ਲੀ ਜਿੱਦਾਂ ਮੈਂ ਪਹਿਲੇ ਵੀ ਗੱਲ ਕੀਤੀ, ਟੈਕਨੋਲੋਜੀ, ਇਕਨੋਮਿਕਸ। ਚਾਹੇ ਚਾਈਨਾ ਨੇ ਜੋ ਮਰਜ਼ੀ ਕਰ ਲਿਆ, ਚਾਈਨਾ ਦੀ ਗਰੋਥ ਦਾ ਰਾਜ ਕੀ ਹੈ ਕਿ ਉਹਨੇ ਅਮਰੀਕਾ ਦੀ ਜਿਹੜੀ ਟੈਕਨੋਲੋਜੀ ਨੂੰ ਬਹੁਤ ਕਾਪੀ ਕਰਕੇ ਉਹ ਇੱਥੇ ਤੱਕ ਪਹੁੰਚ ਗਿਆ। ਠੀਕ ਹੈ। ਬਟ ਸਟਿਲ ਟੂਡੇ ਆਲਸੋ ਅਮਰੀਕਾ ਹੈਜ਼ ਅ ਕਟਿੰਗ ਐਜ। ਹੁਣ ਇਹਦਾ ਐਗਜ਼ਾਮਪਲ ਹੈ ਕਿ ਅਮਰੀਕਨਸ ਦੇ ਜਿਹੜੇ ਪਲੇਨ ਹੈ ਨਾ, F-22 ਜਿਹੜੇ ਪਲੇਨਸ, ਜਿਹੜੇ ਉਹਨਾਂ ਨੇ ਆਪਣੇ ਐਲਾਈਜ਼ ਨੂੰ ਦਿੱਤੇ ਹੋਏ, ਖਾਸ ਕਰ ਪਾਕਿਸਤਾਨ ਨੂੰ ਦਿੱਤੇ ਹੋਏ, ਠੀਕ ਹੈ। ਅਮਰੀਕਾ ਚਾਹਵੇ ਤੇ ਉੱਥੇ ਅਮਰੀਕਾ 'ਚ ਬੈਠਾ ਬੈਠਾ ਉਹ ਸਵਿਚ ਆਫ ਕਰ ਸਕਦਾ, ਪਲੇਨ ਨਹੀਂ ਚੱਲਣਗੇ। ਮਤਲਬ ਅਗਰ ਉਹ ਦੇ ਰਿਹਾ ਪਲੇਨ ਤਾਂ that doesn't mean ਕਿ ਉਹ Pakistan can use it in any ways. They are at the moment a very top brand of civilization, technological advancement, scientific advancement, ठीक है। लेकिन इंडिया इज ऑल्सो राइजिंग। इंडिया ਦੀ ਰਾਈਜ਼ਿੰਗ ਦਾ ਕਾਰਨ ਕੀ ਹੈ? ਨੰਬਰ 1, ਇੱਕ ਤਾਂ ਕੋਵਿਡ ਦੇ ਦੌਰਾਨ ਜਿੱਦਾਂ ਇੰਡੀਆ ਦੀ ਸੌਫਟ ਪਾਵਰ ਉੱਭਰ ਕੇ ਆਈ ਸਾਹਮਣੇ, ਉਹਨੇ ਵੈਕਸੀਨਸ, ਇੰਡੀਆ ਦੀ ਵੈਕਸੀਨ ਨੇ ਹੈਲਪ ਕੀਤਾ ਪੂਰੇ ਅਕ੍ਰੋਸ ਦੀ ਗਲੋਬ। ਨੰਬਰ 2, ਜਿਹੜੇ ਚਾਈਨਾ ਨੂੰ ਇੰਡੀਆ ਨੇ ਸਟੈਂਡ ਲਿਆ ਚਾਈਨਾ ਦੇ ਅਗੇਂਸਟ ਢੋਕਲਮ ਕ੍ਰਾਈਸਿਸ ਦੇ ਦੌਰਾਨ, ਗਾਲਵਨ 1, ਗਾਲਵਨ 2। ਅਮਰੀਕਾ ਨੂੰ ਏਦਾਂ ਦਾ ਹੀ ਦੇਸ਼ ਚਾਹੀਦਾ ਸੀਗਾ ਕਿ ਜਿਹੜਾ ਚਾਈਨਾ ਦੇ ਅੱਗੇ ਖੜਾ ਹੋ ਸਕੇ, ਵਰਨਾ ਚਾਈਨਾ ਦਾ ਬਹੁਤ ਦਬਦਬਾ ਸੀਗਾ ਕੋਵਿਡ ਤੋਂ ਪਹਿਲੇ, ਬਹੁਤ ਦਬਦਬਾ ਸੀਗਾ। ਨੰਬਰ 3 ਇਜ਼ ਦੀ ਤਾਇਵਾਨ ਇਸ਼ੂ। ਨਾਓ ਅਮਰੀਕਾ ਨੇ ਹੁਣ ਵੀ 2022 ਚ ਵੀ ਇਹ ਕਸਮ ਖਾਈ ਹੈ ਕਿ ਅਸੀਂ ਤਾਇਵਾਨ ਦੀ ਰੱਖਿਆ ਹਰ ਹਾਲਤ 'ਚ ਕਰਨਾ ਹੈ। ਹੁਣ ਤਾਇਵਾਨ ਦੇ ਕੋਲ ਮਤਲਬ ਇੰਡੀਆ ਹੈ ਜਿਹੜਾ ਕਿ ਜਿਹਦੇ ਤੇ ਕਿ ਅਮਰੀਕਾ ਟਰਸਟ ਕਰ ਸਕਦਾ ਕਿ ਚਲੋ ਅਗਰ ਤਾਇਵਾਨ ਕ੍ਰਾਈਸਿਸ ਹੁੰਦਾ ਤੇ ਕੱਲ ਨੂੰ ਇੰਡੀਆ ਇਜ਼ ਦੇਅਰ। ਆ ਜਿਹੜੀਆਂ ਹੁਣ ਰੀਸੈਂਟ ਬਾਰਡਰ ਸਕਰਮਿਸ਼ਸ ਹੋਏ ਸੀਗੇ ਅਰੁਣਾਚਲ ਦੇ ਬਾਰਡਰ 'ਚ, ਤੇ ਤਾਇਵਾਨ ਨੇ ਇਹਨੂੰ ਬੜਾ ਸੈਲੀਬ੍ਰੇਟ ਕਰ ਕਰਕੇ ਵੀਡੀਓ ਦਿਖਾਇਆ ਕਿ ਦੇਖੋ ਇੰਡੀਅਨ ਫੌਜੀ ਕਿੱਦਾਂ ਉਹਨਾਂ ਨੂੰ, ਹਾਲਾਂਕਿ ਪੰਜਾਬੀ ਫੌਜੀ ਸੀਗੇ, ਬੜਾ ਕਲੀਅਰ ਕੱਟ ਨਜ਼ਰ ਆ ਰਿਹਾ ਸੀਗਾ ਕਿ ਦੇਖੋ ਕਿੱਦਾਂ ਚਾਈਨਾ ਨੂੰ ਸਿੱਧਾ ਕੀਤਾ। ਠੀਕ ਹੈ। ਤੇ ਇਹ ਕੁਝ ਕੰਪਲਸ਼ਨਸ ਹੈ। ਗੱਲ ਇਹ ਹੈ ਕਿ ਜਿਹੜੀ ਜੀਓ ਪੋਲੀਟੀਕਲ ਸਿਚੁਏਸ਼ਨ ਹੋ ਜਾਣੀ ਨਾ, ਜਿਹੜੇ ਹਾਲਾਤ ਹੋ ਜਾਣੇ ਹੈ, ਉਹ ਡਿਫਾਈਨ ਕਰਨਾ ਹੈ ਕਿ ਤੁਸੀਂ ਚਾਹੇ ਤੁਹਾਨੂੰ ਕਿਸੇ ਦੇ ਨਾਲ ਚੱਲਣਾ ਪਸੰਦ ਹੋਵੇ ਜਾਂ ਨਾ ਹੋਵੇ, whether you like it or not, ਉਹ ਇੰਪੋਰਟੈਂਟ ਨਹੀਂ ਹੈ। what needs to be done, that is important। ਔਰ ਜਿਹੜਾ 2023 ਚ ਜਿਹੜਾ ਯੂਕਰੇਨ ਵਾਰ ਜਦੋਂ ਖਤਮ ਹੋਣਾ ਹੈ, ਉਹਦੇ ਬਾਅਦ ਜੋ ਵੱਡੀਆਂ ਵੱਡੀਆਂ ਚੇਂਜਸ ਆਉਣਗੀਆਂ, ਉਹ ਵੀ ਤੈਅ ਕਰੇਗਾ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਇੰਡੀਆ ਔਰ USA ਦਾ ਰਿਲੇਸ਼ਨ ਕਿਸ ਹੱਦ ਤੱਕ ਜਾਏਗਾ, ਕਿੱਥੇ ਫੁੱਲ ਸਟਾਪ ਲੱਗੇਗਾ, ਕਿੱਥੇ ਉਹ ਰਨ ਕਰੇ। ਯੈਸ, ਔਰ ਕੋਈ ਵੀ ਦੇਸ਼ ਆਪਣੇ ਨੈਚੁਰਲ ਰਿਸੋਰਸਿਸ ਨੂੰ ਕਿੱਦਾਂ ਇਸਤੇਮਾਲ ਕਰਦਾ ਹੈ ਔਰ ਆਪਣੇ ਜੋ ਲੋਕ ਨੇ, ਜੋ ਸਿਟੀਜ਼ਨਸ ਨੇ, ਜੋ ਨੇਟਿਵਸ ਨੇ, ਉਹਨਾਂ ਦੀ ਜੋ ਪਾਵਰ ਹੈ ਉਹਨੂੰ ਕਿੱਦਾਂ ਇਸਤੇਮਾਲ ਕਰਦਾ ਹੈ। ਇਹ ਦੋ ਚੀਜ਼ਾਂ ਦੇ ਉੱਤੇ ਕਿਸੇ ਵੀ ਦੇਸ਼ ਦੀ ਸਿਹਤ ਟਿਕੀ ਹੋਈ ਹੁੰਦੀ ਹੈ, ਨੈਚੁਰਲ ਰਿਸੋਰਸਿਸ ਨੂੰ ਔਰ ਆਪਣੇ ਲੋਕਾਂ ਦੇ ਜੋ ਉਹਨਾਂ ਦੇ ਹੁਨਰ ਨੇ ਉਹਨਾਂ ਨੂੰ ਕਿੱਦਾਂ ਇਸਤੇਮਾਲ ਕਰਦਾ ਹੈ। ਸੋ ਉਸ ਦੇ ਹਿਸਾਬ ਦੇ ਨਾਲ ਹੀ ਉਹ
ਨੈਸ਼ਨਲ ਐਂਡ ਇੰਟਰਨੈਸ਼ਨਲ ਪਾਲਿਸੀ ਬਣਾਉਂਦਾ ਹੈ। ਸੋ ਅੱਗੇ ਵੱਧਦਾ ਹੈ ਔਰ ਹਰ ਕੰਟਰੀ ਦੇ ਆਪਣੇ ਇਸ਼ੂਜ਼ ਹੁੰਦੇ ਨੇ ਔਰ ਕੁਝ ਗਲੋਬਲ ਇਸ਼ੂਜ਼ ਵੀ ਨੇ ਜਿਨ੍ਹਾਂ ਨੂੰ ਅਸੀਂ ਸੌਰਟ ਆਊਟ ਕਰਨਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵਨ ਵਰਲਡ ਗਲੋਬਲ ਲਾਈਕ ਗਲੋਬਲਾਈਜੇਸ਼ਨ ਐਂਡ ਅਸੀਂ ਇਹ ਸੋਚਦੇ ਹਾਂ ਕਿ ਪੂਰੀ ਦੁਨੀਆ ਇੱਕੋ ਹੀ ਪਰਿਵਾਰ ਬਣ ਜਾਏ, ਹੈ ਨਾ, ਵਨ ਨੇਸ਼ਨ ਬਣ ਜਾਏ, ਵਨ ਲੈਂਗੁਏਜ, ਵਨ ਕਲਚਰ, ਵਨ ਕਰੰਸੀ, ਐਵਰੀਥਿੰਗ ਵਨ। ਸੋ ਇਹ ਅਸੀਂ ਸੋਚ ਕੇ ਤੁਰਦੇ ਪਏ ਹਾਂ। ਸੋ ਗਲੋਬਲਾਈਜੇਸ਼ਨ ਨੂੰ ਸਾਹਮਣੇ ਰੱਖਦੇ ਹੋਏ ਕਈ ਇਸ਼ੂਜ਼ ਨੇ ਜੋ ਅਸੀਂ ਕਾਮਨਲੀ ਸੌਰਟ ਆਊਟ ਕਰਨੇ ਨੇ ਔਰ ਕਈ ਇੰਡੀਵਿਜੂਅਲ ਇਸ਼ੂਜ਼ ਨੇ ਹਰ ਦੇਸ਼ ਦੇ, ਉਹ ਵੀ ਸੌਰਟ ਆਊਟ ਕਰਦੇ ਨੇ ਤਾਂ ਕਿ ਉਹ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਕਿਤੇ ਕੋਈ ਗੜਬੜ ਪੈਦਾ ਨਾ ਕਰਨ, ਕਿਤੇ ਕੋਈ ਹਰਡਲ ਨਾ ਬਣਨ, ਕਿਤੇ ਕੋਈ ਰੁਕਾਵਟ ਨਾ ਬਣਨ। ਸੋ ਇਹ ਸਭ ਚੀਜ਼ਾਂ ਅਸੀਂ ਦੇਖਣੀਆਂ ਨੇ। ਸੋ ਕਿਹੜੇ ਇਸ਼ੂਜ਼ ਦੇ ਵਿੱਚ ਇੰਡੀਆ ਐਂਡ ਅਮਰੀਕਾ ਓਪੋਨੈਂਟਸ ਨੇ, ਕਿਉਂਕਿ ਆਪਾਂ ਸਾਰੇ ਦੋਸਤੀ ਵਾਲੀਆਂ ਗੱਲਾਂ ਕੀਤੀਆਂ ਨੇ, ਓਪੋਜੀਸ਼ਨ ਵੀ ਹੁੰਦੀ ਹੈ। ਕਿਹੜੇ ਮੁੱਦਿਆਂ ਦੇ ਉੱਤੇ ਓਪੋਨੈਂਟਸ ਨੇ? ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਵਿੱਚ ਕੁਝ ਨਾ ਕੁਝ ਸਾਹਮਣੇ ਆਇਆ ਵੇਖਣ ਨੂੰ, ਫਿਰ ਵੀ ਕਿਹੜੇ ਉਹ ਮੁੱਦੇ ਨੇ ਜਿਹਦੇ 'ਚ ਇੱਕ ਦੂਜੇ ਦੇ ਵਿਰੋਧੀ ਨੇ? ਸਭ ਤੋਂ ਵੱਡਾ ਜਿਹੜਾ ਵਿਰੋਧਾਭਾਸ ਹੈ ਉਹ ਹੈ ਇੰਡੋ ਰਸ਼ੀਅਨ ਰਿਲੇਸ਼ਨਸ। ਰਾਈਟ। ਲੇਕਿਨ ਅਮਰੀਕਨ ਥਿੰਕ ਟੈਂਕ, ਜਿੰਨੇ ਵੀ ਅਮਰੀਕਨ ਜਿਹੜਾ ਪੈਂਟਾਗਨ ਹੈ, ਉੱਥੇ ਇਹ ਪਲਾਨ ਆਊਟ ਕੀਤਾ ਜਾ ਰਿਹਾ ਹੈ ਕਿ ਇੰਡੀਆ ਨੂੰ ਰਸ਼ੀਆ ਦੀ ਝੋਲੀ ਚੋਂ ਕਿੱਦਾਂ ਬਾਹਰ ਕੱਢਿਆ ਜਾਵੇ। ਹੁਣ ਇੱਥੇ ਇੰਡੀਆ ਦੀ ਵੀ ਕੰਪਲਸ਼ਨ ਹੈ, ਕਿਉਂਕਿ ਇੰਡੀਆ ਦਾ ਜਿੰਨੇ ਵੀ ਡਿਫੈਂਸ ਇਕਵਿਪਮੈਂਟ ਹੈ ਉਹ ਸਾਰੇ ਰਸ਼ੀਅਨ ਬੇਸਡ ਟੈਕਨੋਲੋਜੀ ਦੇ ਨਾਲ ਹੈ। ਤੇ ਉਹਨਾਂ ਦੀ ਕੋਸ਼ਿਸ਼ ਇਹ ਹੋਏਗੀ ਕਿ ਹੌਲੀ ਹੌਲੀ ਰਸ਼ੀਅਨ ਟੈਕਨੋਲੋਜੀ ਦੀ ਡਿਪੈਂਡੈਂਸ ਜਿਹੜੀ ਇੰਡੀਆ ਦੀ ਹੈ ਉਹਨੂੰ ਘਟਾ ਕੇ, ਮਤਲਬ ਇੰਡੀਆ ਨੂੰ ਇੰਡੀਪੈਂਡੈਂਟ ਕੀਤਾ ਜਾਏ, ਉਹਨੂੰ ਇੰਨੀ ਟੈਕਨੋਲੋਜੀ ਦਿੱਤੀ ਜਾਏ ਕਿ ਇੰਡੀਆ ਕੋ ਫਿਰ ਮਤਲਬ ਰਸ਼ੀਆ ਤੇ ਡਿਪੈਂਡੈਂਸੀ ਨਾ ਖਤਮ ਹੋਵੇ। ਠੀਕ ਹੈ। ਨਾਓ ਨੰਬਰ 2 ਇਜ਼ ਚਾਈਨਾ। ਤੁਸੀਂ ਦੇਖੋ ਚਾਈਨਾ ਦੇ ਨਾਲ, ਚਾਈਨਾ ਔਰ ਇੰਡੀਆ ਦਾ ਰੋਜ਼ ਬਾਰਡਰ ਡਿਸਪਿਊਟ ਹੋ ਰਿਹਾ ਹੈ। ਫਿਰ ਵੀ ਚਾਈਨਾ ਕੋ ਇੱਕ ਪ੍ਰਪੋਜ਼ਲ ਹੈ G2। G2 ਦਾ ਮਤਲਬ ਹੈ ਚਾਈਨਾ ਐਂਡ ਇੰਡੀਆ ਇਨ ਸਾਊਥ ਏਸ਼ੀਆ। ਮਤਲਬ ਉਹ ਉਹਦੇ ਤੇ ਵੀ ਗੱਲਬਾਤ ਕਰ ਰਹੇ ਹੈ। ਚਾਈਨਾ ਦੀ ਪੋਪੂਲੇਸ਼ਨ, ਚਾਈਨਾ ਇਜ਼ ਨੰਬਰ 1 ਪੋਪੂਲੇਟਡ ਕੰਟਰੀ ਐਂਡ ਫੋਲੋਡ ਬਾਈ ਇੰਡੀਆ ਨੰਬਰ 2। ਜਦੋਂ ਇੰਨੀ ਵੱਡੀ ਪੋਪੂਲੇਟਡ ਕੰਟਰੀਜ਼ ਹੀ ਦੋ ਅਲੱਗ ਹੋ ਜਾਣ ਤਾਂ ਤੁਸੀਂ ਸੋਚੋ ਕਿੱਦਾਂ ਦਾ ਸੀਨ ਹੋਏਗਾ। ਨੰਬਰ 3 ਇਜ਼ RIC ਕਹਿੰਦੇ ਆ ਜਿਹਨੂੰ ਅਸੀਂ, ਰਸ਼ੀਆ, ਇੰਡੀਆ ਐਂਡ ਚਾਈਨਾ। ਜਸਟ ਇਮੈਜਿਨ ਇਹਨਾਂ ਦੀ ਵੀ, ਇਹ ਵੀ ਇੱਕ ਪਲੇਟਫਾਰਮ ਹੈਗਾ, ਡਾਇਲੌਗਸ ਦੇ ਲਈ ਪਲੇਟਫਾਰਮ ਹੈਗਾ। ਔਰ ਯੂਕਰੇਨ ਕ੍ਰਾਈਸਿਸ ਦੇ ਬਾਵਜੂਦ, ਅਮਰੀਕਾ ਔਰ ਇੰਡੀਆ ਦੇ ਰਿਸ਼ਤੇ ਦੇ ਬਾਵਜੂਦ ਇਹ ਵੀ ਇੱਕ ਪਲੇਟਫਾਰਮ ਮਤਲਬ ਚੱਲ ਰਿਹਾ ਹੈ। ਇਹਨੂੰ ਹਾਲਾਂਕਿ ਮੀਡੀਆ 'ਚ ਜ਼ਿਆਦਾ ਹਾਈਲਾਈਟ ਨਹੀਂ ਕੀਤਾ ਜਾ ਰਿਹਾ, ਲੇਕਿਨ ਇਹ ਵੀ ਜਿਹਨੂੰ ਰਸ਼ੀਆ, ਇੰਡੀਆ, ਚਾਈਨਾ ਡਾਇਲੌਗ ਅਸੀਂ ਕਹਿ ਰਹੇ, ਇਹ ਵੀ ਇੱਕ ਪਲੇਟਫਾਰਮ ਉਹਨਾਂ ਨੇ ਰੱਖਿਆ ਹੋਇਆ, ਈਵਨ ਡਿਸਪਾਈਟ ਸੋ ਮਚ ਆਫ ਐਨਿਮਿਟੀ। ਤੁਸੀਂ ਸੋਚੋ, ਜਸਟ ਇਮੈਜਿਨ, ਹਾਲਾਂਕਿ ਇਹ ਪੋਸੀਬਲ ਨਹੀਂ ਹੈ, ਲੇਕਿਨ ਜਿਹੜਾ ਵੀ ਫੋਰਨ ਪਾਲਿਸੀ ਦਾ ਡਿਜ਼ਾਈਨਰ ਹੁੰਦਾ ਹੈ ਉਹ 50 ਸਾਲ ਐਡਵਾਂਸ ਚੱਲਦਾ ਹੈ ਜਾਂ 100 ਸਾਲ ਐਡਵਾਂਸ ਵੀ ਚੱਲਦਾ ਹੈ। ਅਮਰੀਕਾ ਵਰਗੇ ਜਿਹੜੇ ਮੁਲਕ ਹੈ ਉਹ 100 ਸਾਲ 200 ਸਾਲ ਐਡਵਾਂਸ ਸੋਚ ਕੇ ਚੱਲਦੇ। ਹਾਲਾਂਕਿ ਇੰਡੀਅਨ ਡਿਪਲੋਮੈਸੀ ਨੂੰ ਅੱਜ ਦੀ ਡੇਟ 'ਚ ਬਹੁਤ ਸਰਾਹਿਆ ਜਾ ਰਿਹਾ ਹੈ, ਲੇਕਿਨ ਸਾਡੀ ਵੀ ਜਿਹੜੀ ਸੋਚ ਹੈ ਇੰਨੀ ਐਡਵਾਂਸ ਨਹੀਂ ਆ। ਅਸੀਂ ਜ਼ਿਆਦਾ ਤੋਂ ਜ਼ਿਆਦਾ 10 ਸਾਲ ਜਾਂ ਇੱਕ ਡੈਕੇਡ ਨੂੰ ਲੈ ਕੇ ਚੱਲਦੇ ਹਾਂ। ਸਾਡੀ ਵੀ ਕੋਈ 100 ਸਾਲ ਬਾਅਦ ਕੀ ਕਰਨਾ ਪਲੈਨਿੰਗ ਆਪਣੇ ਕੋਲ ਵੀ ਹੈ ਨਹੀਂ ਹੈ। ਉਸ ਤੋਂ ਇਲਾਵਾ ਜਿਹੜਾ ਇੰਡੀਆ ਨੇ ਇੱਕ ਬਾਈਪਾਸ ਕੀਤਾ ਡਾਲਰ ਸਿਸਟਮ ਨੂੰ ਫਾਈਨੈਂਸ਼ੀਅਲ ਦਾਇਰੇ 'ਚ, ਜਦੋਂ ਇੰਡੀਆ ਮਤਲਬ ਜਿਹੜੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਡਾਲਰਸ 'ਚ ਆਪਣਾ ਬਿਜ਼ਨਸ ਨਹੀਂ ਕਰਨਾ ਹੈ, we'll be using rupees, ਸ਼੍ਰੀਲੰਕਾ ਨਾਲ ਗੱਲਬਾਤ ਚੱਲ ਰਹੀ ਹੈ, ਰਸ਼ੀਆ ਨਾਲ ਚੱਲ ਰਹੀ ਹੈ, ਮਤਲਬ ਡਾਲਰ ਨੂੰ ਬਾਈਪਾਸ ਕਰਨਾ, even after such a big strategic partnership, economic relations, technological relations, political relations। ਤੇ ਇਹ ਕੁਝ ਡਾਇਵਰਜੈਂਸ ਹੈ। ਇੱਕ ਨਾ ਇੰਡੀਅਨ ਸਕਾਲਰ, ਬੜੇ ਹੀ ਤਗੜੇ ਫੋਰਨ ਪਾਲਿਸੀ ਦੇ ਸਕਾਲਰ ਨੇ, ਪ੍ਰੋਫੈਸਰ ਬ੍ਰਹਮਾਚਲਨ। ਓਕੇ। ਉਹਨਾਂ ਨੇ ਬੜਾ ਕੈਟੇਗੋਰੀਕਲੀ 2020 ਚ ਆਪਣੇ ਇੱਕ ਲੇਖ 'ਚ ਲਿਖਿਆ ਸੀਗਾ ਕਿ ਜਿਹੜਾ ਇੰਡੀਆ ਹੈ ਉਹ ਆਪਣੀ ਆਟੋਨਮੀ ਔਰ ਇਕੁਇਡਿਸਟੈਂਸ ਨੂੰ ਕਦੇ ਨਹੀਂ ਛੱਡ ਸਕਦਾ। ਆਟੋਨਮੀ ਤੁਸੀਂ ਸਮਝਦੇ ਹੋ ਕਿ ਇੰਡੀਆ ਆਪਣੇ ਸ਼ਰਤਾਂ ਤੇ ਰਿਲੇਸ਼ਨ ਰੱਖੇਗਾ, ਇੰਡੀਆ ਆਪਣੀ ਆਟੋਨਮੀ ਨੂੰ, ਆਪਣੇ ਫਰੀडम ਨੂੰ ਸਰੈਂਡਰ ਨਹੀਂ ਕਰੇਗਾ, ਔਰ ਇਕੁਇਡਿਸਟੈਂਸ ਰੱਖੇਗਾ। ਜਿਹਦਾ ਕਿ ਉਹ ਐਗਜ਼ਾਮਪਲ ਦੇ ਰਹੇ, ਇਕੁਇਡਿਸਟੈਂਸ ਦਾ ਮਤਲਬ ਕਿ ਉਹ ਰਸ਼ੀਆ ਨਾਲ ਵੀ, ਦੇਖੋ ਤੁਹਾਨੂੰ ਪਤਾ ਇੰਡੀਆ ਦੇ ਬਾਰੇ ਕਿਹਾ ਜਾ ਰਿਹਾ ਕਿ ਇੰਡੀਆ ਇਜ਼ ਐਟ ਦੀ ਮੋਮੈਂਟ ਜਗਲਿੰਗ ਵਿਦ ਚਾਈਨਾ, ਜਗਲਿੰਗ ਵਿਦ ਰਸ਼ੀਆ, ਜਗਲਿੰਗ ਵਿਦ USA ਐਂਡ ਜਗਲਿੰਗ ਵਿਦ ਯੂਨਾਈਟਿਡ ਨੇਸ਼ਨ। ਔਰ ਦੇਖੋ 2022 ਚ ਇਹ ਜਿਹੜਾ ਸਾਲ ਹੈ ਬੜਾ ਹੀ ਸਿੰਬੋਲਿਕ ਹੈ।
ਇਹਦੇ ਵਿੱਚ ਇੰਡੀਆ ਦੁਨੀਆ ਦੇ ਅੱਗੇ ਇਹ ਉਹਨੇ ਮਤਲਬ ਜਸਟੀਫਾਈ ਕਰ ਦਿੱਤਾ ਕਿ ਸਾਨੂੰ ਤੁਸੀਂ ਪਰਮਾਨੈਂਟ ਸੀਟ ਦਿਓ, ਸਾਡੇ ਨਾਲ ਦੇਖੋ ਕਿੰਨੀ ਇਨਜਸਟਿਸ ਹੋ ਰਹੀ ਹੈ, ਠੀਕ ਹੈ। ਔਰ ਜਿਹੜੇ ਯੂਐਨਓ ਦਾ ਰੋਲ ਹੈ ਔਰ ਤੁਸੀਂ ਕਿੰਨਾ ਜ਼ਿਆਦਾ ਨੈਗੇਟਿਵ ਹੋ ਰਿਹਾ ਹੈ। ਤੁਸੀਂ ਦੇਖੋ, इमेजिन कि यूक्रेन क्राइसिस हो रहा है, मतलब रशिया को भी वीटो है, अमेरिका को भी वीटो है, इंग्लैंड को भी वीटो है, फ्रांस को भी वीटो है, चाइना को वीटो है, लेकिन फिर भी यूक्रेन क्राइसिस रुक नहीं रहा है। ये वीटो पावर्स दी कंट्रीज दे युद्ध हो रहा है, नॉन वीटो कंट्रीज का युद्ध नहीं है, अफ्रीकन्स का युद्ध नहीं है, एशियंस का युद्ध नहीं है। ਇਹ ਇੰਡੀਆ ਨੇ ਉਹਨਾਂ ਨੂੰ, ਜਿਹਨੂੰ ਕਹਿੰਦੇ ਨਾ ਏਦਾਂ ਦਰਵਾਜ਼ਾ ਖੜਕਾ ਕੇ ਏਦਾਂ ਸਮਝਾਣਾ ਕਿ ਜਸਟ ਲੁੱਕ ਐਟ ਦਿਸ ਸਿਨੈਰੀਓ। ਬਾਕੀ ਅਮਰੀਕਨ ਫੋਰਨ ਪਾਲਿਸੀ ਦੇ ਵਿੱਚ ਇੰਡੀਆ ਦੀ ਕੀ ਕਦੀ ਇੰਡੀਪੈਂਡੈਂਟ ਵੈਲਿਊ ਹੋਏਗੀ, ਇਹਦੇ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ। ਕਿਉਂ ਇਸ ਟਾਈਮ ਅਮਰੀਕਾ ਇਸ ਲਈ ਇੰਡੀਆ ਦੇ ਪਿੱਛੇ ਹੈ? ਬਿਕੋਜ਼ ਆਫ ਚਾਈਨਾ ਫੈਕਟਰ, ਬਿਕੋਜ਼ ਆਫ ਰਸ਼ੀਆ ਫੈਕਟਰ। ਕਿ ਚਾਈਨਾ ਫੈਕਟਰ ਨੂੰ ਜੇ ਅਸੀਂ ਪਰੇ ਕਰ ਦਿੰਦੇ ਹਾਂ, ਰਸ਼ੀਅਨ ਫੈਕਟਰ ਨੂੰ ਪਰੇ ਕਰ ਦਿੰਦੇ ਹਾਂ, ਫਿਰ ਇੰਡੀਆ ਦਾ ਕੀ ਵਜੂਦ ਹੈ? ਕੁਐਸਚਨ ਤੇ ਇਹ ਹੈ। ਯਾ ਐਗਜ਼ੈਕਟਲੀ। ਸੋ ਇਹ ਸਭ ਦੇਖਦੇ ਹੋਏ ਔਰ ਇਹ ਜੋ ਆਪਾਂ ਡਿਸਕਸ਼ਨ ਕੀਤੀ ਹੋਈ ਹੈ, ਇਨ ਦੀ ਲਾਈਟ ਆਫ ਥੀਸ ਇਨਸੀਡੈਂਟਸ, ਥੀਸ ਹੈਪਨਿੰਗਸ, 2022 ਦਾ ਕਨਕਲੂਜਨ ਕੀ ਹੈ ਜੋ 2023 ਦਾ ਸਟਾਰਟਅਪ ਬਣੇ? ਕਨਕਲੂਜਨ ਇਹ ਹੈ ਕਿ ਕਨਫਰੰਟੇਸ਼ਨਲ ਬਾਇਪੋਲੈਰਿਟੀ ਜਿਹੜੀ ਹੈ ਬਿਟਵੀਨ ਦਿਸ ਯੂਐਸਏ ਐਂਡ ਚਾਈਨਾ, ਨੰਬਰ 1 ਜੀ, ਐਂਡ ਦੀ ਯੂਕਰੇਨੀਅਨ ਵਾਰ ਕਿੱਦਾਂ ਨੈਗੋਸ਼ੀਏਟ ਹੋਏਗਾ, ਕਿੱਦਾਂ ਖਤਮ ਹੋਏਗਾ, will set the agenda for India-US relation in the year 2023। लेकिन फिलहाल बहुत ही ब्राइट प्रॉस्पेक्ट्स नजर आ रहे हैं, क्योंकि G20 ਨੂੰ ਅਸੀਂ ਹੋਸਟ ਕਰਨਾ ਹੈ, G20 ਨੂੰ ਅਸੀਂ ਹੋਸਟ ਕਰਨਾ ਹੈ ਔਰ ਵੈਸਟਰਨ ਵਰਲਡ ਨੇ ਆਣਾ ਹੈ, USA ਨੇ ਆਣਾ ਹੈ। तो आई थिंक G20 ਜਿਹੜਾ ਸਾਡਾ ਜਿਹੜਾ 2023 ਜਿਹੜਾ ਈਅਰ ਹੋਏਗਾ, it will be a very colorful, very vibrant and full of energy, full of positivity, full of growth for Indo-US relations. I conclude here. Thank you. Let us hope for the best. So thank you so much. ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਕਿ ਸੰਨ 2022 ਦੇ ਵਿੱਚ ਅਮਰੀਕਾ ਤੇ ਭਾਰਤ ਦੇ ਰਿਲੇਸ਼ਨਸ ਕਿਸ ਤਰ੍ਹਾਂ ਦੇ ਰਹੇ ਨੇ, ਤੇ ਉਹਦਾ ਜੇ ਅਸੀਂ ਸਾਰਾ ਨਿਚੋੜ ਕੱਢੀਏ ਤਾਂ ਉਸ ਨੂੰ ਸਾਹਮਣੇ ਰੱਖਦੇ ਹੋਏ ਸੰਨ 2023 ਦੇ ਵਿੱਚ ਅਮਰੀਕਾ ਦੇ ਭਾਰਤ ਦੇ ਜੋ ਆਪਸ ਦੇ ਰਿਲੇਸ਼ਨਸ ਨੇ ਕਿੱਦਾਂ ਦੇ ਰਹਿਣਗੇ। ਅਮਰੀਕਾ ਐਂਡ ਇੰਡੀਆ ਗੁੱਡ ਫਰੈਂਡਸ ਨੇ ਔਰ ਹਮੇਸ਼ਾ ਗੁੱਡ ਫਰੈਂਡਸ ਬਣੇ ਰਹਿਣ, ਇਹੀ ਅਸੀਂ ਉਮੀਦ ਕਰਦੇ ਹਾਂ। ਥੈਂਕ ਯੂ ਸੋ ਮਚ ਮੈਡਮ ਸਾਹਨੀ, ਥੈਂਕ ਯੂ ਸੋ ਮਚ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।